प्यारे इन बिद मिलन ना जाई, मैं किए कर्म निका। हार परियो स्वामी के द्वार, दीजह बुद्ध बबिका। कबीर एक घड़ी आदि घड़ी, आदि हूते आद। भगतन सेती गोसटे, जो कीने सो लाभ। एक उत्तम पंथ सुनियो गुर संगत, तेह मिलंत जम त्रास मिटाई। एक अरदास पाठ कीरत की, गुर रामदास राखहु सरनाई। परम सन्मानियो गुरु रूप गुरु प्यारी साध संगत जी, बाहु धनता दी जोग हो, जो अपने जीवन दियां घड़ियां नूं सफल करन दा सफल यतन कर रहे हो। आप जी नूं हुणे ही भाई साहब जी सोहदर रहरास साहिब दे पाठ सरवण कराए उपरंत आप जी ने हुक्मनामे सरवण कीती। संगत जी, कबीर साहब जी कहते हैं, जिहड़ा ये मन है ना, ये पंछी दी न्याई है। पंछी दी न्याई क्यों क्या है मन नूं? क्योंकि जिहड़ा मन है ना, एक जगह टिकदा नहीं। ये टिकदा उदों है जदों उस अकाल पुरख वाहिगुरू दी शरण विच आ जाता है मन। किवें? कबीर मन पंखी भयो, ये जिहड़ा मन है ना, ये पंछी दी न्याई है। उड उड दह दिस जाए, कहंदे उड उड के जिवें एक पंछी एक दरख्त ते बैठ के उडारी मार के दूसरे दरख्त ते बैठ जाता है ना, इनू मन की न्याई नू पंछी की न्याई दस्या है। कबीर मन पंखी भयो, उड उड दह दिस जाए। जो जैसी संगत मिले, सो तैसो फल खाए। फिर की करदा है? जिस जगह ते संगत जिस दी संगत करदा है, कहंदे फिर ओही ये खाना करदा है। इस करके आप बहुत वडभागी हो। गुरु साहब की कृपा नाल गुरु के चरणों विच आए हो। आओ बड़े प्यार नाल अपने मन नूं एकाग्र चित करके कलगीधर की बख्शिश हुई फतेह प्रवान करिए। कोई रसना वांझी ना रवे। सारे बड़े ही प्यार नाल गजवी आवाज में उचारो, वाहिगुरू जी का खालसा, वाहिगुरू जी की फतेह। संगत जी, आप सरबत संगतां बहुत वडभागी हो। अपने जीवन नूं सफल करन दा सफल यतन कर रहे हो। क्यों? क्योंकि कबीर साहब कहंदे, कबीर एक घड़ी आदि घड़ी, आदि हूते आद। कहंदे जे तुसी सारी 24 घंटियां च सारी दिहाड़ी च तकरीबन 24 मिनट की संगत जी एक घड़ी होंदी है। जे आप जी 24 मिनट ही उस अकाल पुरख वाहिगुरू की आराधना कर लो, जप लो सतनाम श्री वाहिगुरू, कहंदे उन्हां दा आया सफल ताहू को गणीए। उन्हां दा संगत जी आया सफला हो जाता है। कहंदे जे तू भलिया 24 मिनट परमेश्वर की आराधना नहीं कर सकता, तो फिर तकरीबन 12 मिनट ही जप लिया कर। कबीर एक घड़ी आधी घड़ी,
12 ਮਿੰਟ ਹੀ ਜਪ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਦੇਖ ਲਓ ਸਾਨੂੰ ਮਹਾਰਾਜ ਨੇ ਕਿੰਨਾ ਸਮਾਂ ਦੱਸਿਆ ਏ ਕਿ ਇੱਕ ਛਿਨ ਵੀ ਤੂੰ ਜਪ ਲੇਗਾ ਨਾ ਤੇਰਾ ਆਇਆ ਸਫਲਾ ਹੋ ਜਾਊਗਾ। ਕਹਿੰਦੇ ਜੇ ਤੇਰੇ ਕੋਲ ਇੰਨਾ ਸਮਾਂ ਵੀ ਨਹੀਂ ਨਾ ਹੈਗਾ, ਆਦੀ ਹੂ ਤੇ ਆਦ ਤੇ 6 ਮਿੰਟ ਹੀ ਜਪ ਲਿਆ ਕਰ। ਉਸ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰ ਲਿਆ ਕਰ। ਕਿਉਂ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਨ। ਗੁਰੂ ਦੇ ਸਿੱਖ ਨੂੰ ਹਰ ਇੱਕ ਮਨੁੱਖ ਨੂੰ ਪਰਮੇਸ਼ਰ ਨੇ ਇਹੀ ਹੁਕਮ ਕੀਤਾ ਏ ਕਿ ਭਾਈ ਅੰਮ੍ਰਿਤ ਵੇਲੇ ਉੱਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਕਰੋ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨਾ ਕਰੋ, ਕਿਉਂਕਿ ਸੰਗਤ ਜੀ ਜੀਵ ਦਾ ਆਇਆ ਸਫਲਾ ਹੋ ਜਾਂਦਾ ਏ। ਫਿਰ ਮਹਾਰਾਜ ਜੀ ਕਬੀਰ ਸਾਹਿਬ ਕਹਿੰਦੇ ਭਗਤਨ ਸੇਤੀ ਗੋਸ਼ਟੀ ਜੋ ਕੀਨੇ ਸੋ ਲਾਭ। ਜਿਹੜੀ ਅਸੀਂ ਬਚਨ ਕਰਦੇ ਹਨ ਨਾ, ਕਹਿੰਦੇ ਬਚਨ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਕਰਨਾ ਚਾਹੀਦਾ ਏ। ਜਿਹੜੀ ਗੋਸ਼ਟ ਕਰਨੀ ਨਾ, ਗੋਸ਼ਟ ਕਹਿੰਦੇ ਭਗਤਾਂ ਨਾਲ ਕਰਨੀ ਆ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਕਰਨੀ ਆ। ਸੰਗਤ ਜੀ ਜਿਹੜਾ ਅੱਜ ਸਾਉਣ ਦਾ ਮਹੀਨਾ ਚੜ੍ਹਿਆ ਹੈ ਨਾ, 16 ਤਰੀਕ ਦੀ ਸੰਗਰਾਂਦ ਆਪ ਜੀ ਦੇ ਸੰਗਤਾਂ ਨੇ ਕੱਲ ਸਾਰਿਆਂ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਨਾ, ਕਹਿੰਦੇ 4 ਜਾਣਿਆਂ ਨੂੰ ਖੁਸ਼ੀ ਮਿਲਦੀ ਹੈ ਤੇ 4 ਜਾਣਿਆਂ ਨੂੰ ਵਿਛੋੜਾ ਹੁੰਦਾ ਹੈ। ਉਹ ਕਿਹੜੇ ਆ? ਨਾਨਕ ਸਾਵਨ ਜੀ ਵਸੈ ਚਾਹੂ ਉਹ ਮਾਹਾ ਹੋਏ। ਉਹ ਮਾਹਾ ਮੈਨੇ ਹੁੰਦਾ ਸੰਗਤ ਜੀ ਖੇੜਾ, ਖੁਸ਼ੀ। ਕਹਿੰਦੇ ਜਦੋਂ ਮੀਂਹ ਆਉਂਦਾ ਹੈ ਨਾ, 4 ਜਾਣਿਆਂ ਨੂੰ ਚਾਅ ਚੜ੍ਹ ਜਾਂਦਾ ਹੈ। ਸੱਪ ਜ਼ਮੀਨ ਦੇ ਵਿੱਚ ਖੁੱਡਾਂ 'ਚ ਵੜਿਆ ਹੁੰਦਾ ਹੈ ਤਪਸ਼ ਕਰਕੇ, ਕਿਉਂਕਿ ਉਹ ਤਪਸ਼ ਵਿੱਚ ਰਹਿ ਨਹੀਂ ਸਕਦਾ। ਮੱਛੀ ਵੀ ਤਪਸ਼ ਨੂੰ ਸਹਿ ਨਹੀਂ ਸਕਦੀ। ਜਿਹੜੀਆਂ ਹਿਰਨਾਂ ਦੀ ਡਾਰਾਂ ਹੁੰਦੀਆਂ ਨਾ, ਇਹ ਵੀ ਜੰਗਲਾਂ 'ਚ ਤਾਂ ਹੀ ਰਹਿੰਦੀਆਂ ਕਿਉਂਕਿ ਇਹ ਮਾਰੂਥਲ ਜਿਹਦਾ ਰੇਤਾ ਵਾਲਾ ਇਲਾਕਾ ਹੈ ਨਾ, ਉੱਥੇ ਤਪਸ਼ ਬਹੁਤ ਹੁੰਦੀ ਹੈ। ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਹਿੰਦੇ ਆ, ਮਹਾਰਾਜ ਕਿਰਪਾ ਕਰੋ ਕਿ ਮੀਂਹ ਪਾ ਦਿਓ। ਨਾਨਕ ਸਾਵਨ ਜੀ ਵਸੈ ਚਾਹੋ ਉਮਾਹਾ ਹੋਏ। ਕਹਿੰਦੇ 4 ਜਾਣਿਆਂ ਨੂੰ ਆਨੰਦ ਖੇੜਾ ਆਉਂਦਾ ਏ। ਕਿਹੜੇ ਆ? ਨਾਗਾਂ, ਮਿਰਗਾਂ, ਮੱਛੀਆਂ, ਰੱਸੀਆਂ, ਘਰ ਤਨ ਹੋਏ। ਪਹਿਲੇ ਸੰਗਤ ਜੀ ਜਿਹੜੇ ਨਾਗ ਹੁੰਦੇ ਨਾ, ਸੱਪ, ਜਦੋਂ ਸਾਉਣ ਦਾ ਮਹੀਨਾ ਆਉਂਦਾ ਹੈ ਨਾ, ਕਹਿੰਦੇ ਸੱਪ ਖੁੱਡਾਂ 'ਚੋਂ ਬਾਹਰ ਆ ਜਾਂਦੇ ਹਨ, ਕਿਉਂਕਿ ਤਪਸ਼ ਕਰਕੇ ਉਹ ਖੁੱਡਾਂ 'ਚ ਰਹਿੰਦੇ ਹਨ। ਜਦੋਂ ਮੀਂਹ ਆ ਜਾਂਦਾ ਹੈ ਨਾ, ਸੱਪ ਨੂੰ ਬਹੁਤ ਖੁਸ਼ੀ ਮਿਲਦੀ ਹੈ। ਤੇ ਆਪ ਜੀ ਨੂੰ ਪਤਾ ਹੈ ਸਾਉਣ ਦੇ ਮਹੀਨੇ 'ਚ ਸੱਪ ਕਿੰਨੇ ਬਾਹਰ ਆਉਂਦੇ ਹਨ। ਤੇ ਕਹਿੰਦੇ ਦੂਜੇ ਨੰਬਰ ਤੇ ਜਿਹੜੀਆਂ ਮਿਰਗਾਂ, ਹਿਰਨਾਂ ਹੁੰਦੀਆਂ ਨਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਰ ਨਾ ਪਾਇਆ। ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਉਹਦੇ ਅੰਦਰ ਇੱਕ ਕਸਤੂਰੀ ਹੁੰਦੀ ਸੰਗਤ ਜੀ, ਉਹ ਕੀ ਕਰਦੀ ਆ ਕਿ ਲੱਭਦੀ ਰਹਿੰਦੀ, ਚਾਹੋਂ ਦਿਸ਼ਾ ਦਹਿ ਦਿਸ਼ਾ ਵੱਲ ਜਾਂਦੀ ਰਹਿੰਦੀ ਆ, ਕਿਉਂਕਿ 4 ਨੁਕਰਾਂ ਤੇ 4 ਦਿਸ਼ਾਵਾਂ, ਇੱਕ ਧਰਤੀ ਤੇ ਇੱਕ ਆਸਮਾਨ, 10 ਦਿਸ਼ਾ ਵੱਲ। ਤੇ ਕਹਿੰਦੇ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਹੜੀ ਉਹ ਮਹਾਰਾਜ ਨੇ ਮੈਨੂੰ ਇੱਕ ਜਿਹੜੀ ਸਮੈਲ ਅੰਦਰੋਂ ਆ ਰਹੀ ਉਹ ਮੇਰੇ ਅੰਦਰ ਹੀ ਆ। ਕਹਿੰਦੇ ਖੱਜਲ ਖਰਾਬ ਹੋ ਕੇ ਇੱਧਰ ਉੱਧਰ ਭਟਕ ਕੇ ਉਹ ਸੰਗਤ ਜੀ ਖੱਜਲ ਖਰਾਬ ਹੋ ਗਈ, ਉੱਥੇ ਹੀ ਰਹਿ ਬੈਠ ਜਾਂਦੀ ਆ, ਉਹਨੂੰ ਪ੍ਰਾਪਤ ਕੁਝ ਨਹੀਂ ਹੁੰਦਾ। ਕਹਿੰਦੇ ਜਦੋਂ ਮੀਂਹ ਆਉਂਦਾ ਏ, ਸਾਉਣ ਦਾ ਮਹੀਨਾ ਚੜ੍ਹਦਾ ਤੇ ਹਿਰਨਾਂ ਨੂੰ ਵੀ ਖੁਸ਼ੀ ਹੁੰਦੀ ਆ। ਮੱਛੀਆਂ, ਕਹਿੰਦੇ ਸੰਗਤ ਜੀ ਜਿੰਨਾ ਤਲਾਵਾਂ ਵਿੱਚ, ਨਦੀਆਂ ਵਿੱਚ, ਦਰਿਆ ਵਿੱਚ ਪਾਣੀ ਘਟ ਜਾਂਦਾ ਹੈ ਨਾ, ਜਦੋਂ ਮੀਂਹ ਆਉਂਦਾ ਹੈ ਨਾ, ਕਹਿੰਦੇ ਇਹਨਾਂ ਨੂੰ ਵੀ ਖੁਸ਼ੀ ਚੜ੍ਹ ਜਾਂਦੀ, ਮੱਛੀਆਂ ਨੂੰ। ਅੱਗੇ ਆ ਗਿਆ ਰੱਸੀਆਂ, ਘਰ ਤਨ ਹੋਏ। ਜਿਹੜੇ ਲੋਕ ਕੰਮਾਂ ਕਾਰਾਂ ਤੇ ਜਾਂਦੇ ਹਨ, ਜਦੋਂ ਮੀਂਹ ਦੇ ਦਿਨ ਆ ਜਾਂਦੇ ਹਨ, ਸਾਉਣ ਦਾ ਮਹੀਨਾ ਆਂਦਾ ਹੈ, ਕਹਿੰਦੇ ਘਰੇ ਆਪਣੇ ਉਹ ਚੰਗੇ ਘਰ ਧਨ ਹੋਏ। ਕਹਿੰਦੇ ਰਸ ਵਾਲੀਆਂ ਚੀਜ਼ਾਂ ਬਣਾ ਕੇ ਆਪਣੇ ਘਰ ਵਿੱਚ ਧਨ ਖਰਚਣਾ ਕਰਦੇ ਹਨ, ਉਹਨਾਂ ਨੂੰ ਵੀ ਖੇੜਾ ਮਿਲਦਾ ਹੈ। ਇਸ ਕਰਕੇ ਸਾਵਨ ਸਰਸੀ ਕਾਮਣੀ, ਕਹਿੰਦੇ ਸਾਉਣ ਦੇ ਮਹੀਨੇ ਵਿੱਚ ਜਿਹੜੇ ਰਸ ਦੇ ਸਹਿਤ ਨਾ ਇਸਤਰੀ, ਉਹਨਾਂ ਨੂੰ ਪਿਆਰ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਹੁੰਦਾ ਏ। ਚਰਨ ਕਮਲ ਸਿਉ ਪਿਆਰ। ਜਿਵੇਂ 4 ਜੀਵਾਂ ਨੂੰ ਖੁਸ਼ੀ ਮਿਲਦੀ ਹੈ ਨਾ,
ਕਹਿੰਦੇ ਉਸੇ ਤਰ੍ਹਾਂ ਹੀ ਜਿਹੜੇ ਨਾਮ ਜਪਦੇ ਹਨ ਉਹਨਾਂ ਦੇ ਅੰਦਰ ਉਛਾਲੇ ਪੈਂਦੇ ਹਨ, ਚਾਅ ਆਉਂਦਾ ਹੈ। ਚਾਅ ਕਿੱਦਾਂ ਆਉਂਦਾ ਏ? ਕਹਿੰਦੇ ਬਖਸ਼ਿਸ਼ ਰੂਪੀ ਬੂੰਦਾਂ ਡਿੱਗ ਰਹੀਆਂ ਹਨ। ਜਿਹੜਾ ਸਾਡਾ ਹਿਰਦਾ ਰੂਪੀ ਭਾਂਡਾ ਹੈ ਨਾ ਸੰਗਤ ਜੀ, ਇਹ ਪੁੱਠਾ ਏ। ਜਿੰਨਾ ਚਿਰ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਨਹੀਂ ਕਰਦੇ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ, ਕਹਿੰਦੇ ਸੰਗਤ ਜੀ ਸਾਡਾ ਜਿਹੜਾ ਹਿਰਦਾ ਹੈ ਨਾ ਇਹ ਵਿਕਾਰਾਂ ਨਾਲ ਪੁੱਠਾ ਹੋਇਆ ਹੈ। ਭਰੀਐ ਹੱਥ ਪੈਰ ਤਨ ਦੇਹ, ਜਿਹੜੀ ਸਾਡੇ ਇਹ ਜਿਵੇਂ ਲਾ ਲਓ ਕਿ ਇੱਕ ਜਿਹੜੇ ਕੱਪੜੇ ਹੁੰਦੇ ਹਨ ਮੈਲੇ ਹੁੰਦੇ ਹਨ, ਕਹਿੰਦੇ ਇੰਨੇ ਮੈਲੇ ਹੁੰਦੇ ਹਨ, ਜੇ ਸਾਬਣ ਨਾਲ ਇਹਨੂੰ ਸਾਫ਼ ਕਰੀਏ ਇਹਦੇ ਅੰਦਰੋਂ ਮੈਲ ਲੱਥਦੀ ਆ। ਤੇ ਜਿਹੜੀ ਸਾਡੀ ਮੱਤ ਹੈ ਨਾ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਿਹੜੀ ਸਾਡੇ ਅੰਦਰ ਮੱਤ ਹੈ ਨਾ, ਇਹ ਪਰਮੇਸ਼ਰ ਦੇ ਘਰ ਵਿੱਚ ਤਾਂ ਪ੍ਰਵਾਨ ਹੋਣੀ ਹੈ ਜੇ ਤੁਸੀਂ ਪਰਮੇਸ਼ਰ ਜੀ ਅਕਾਲ ਪੁਰਖ ਦੀ ਆਰਾਧਨਾ ਕਰੋਗੇ। ਜਿਵੇਂ ਕਿ ਆਪਾਂ ਬੀਬੀਆਂ ਭੈਣਾਂ ਬਜ਼ੁਰਗ ਜੋ ਵੀ ਕੱਪੜੇ ਸਾਫ਼ ਕਰਦੇ ਹਨ, ਧੋਂਦੇ ਹਨ ਸਾਬਣ ਨਾਲ, ਕਹਿੰਦੇ ਜਿਉਂ-ਜਿਉਂ ਉਹਨੂੰ ਸਾਬਣ ਲੱਗਦਾ ਏ, ਪਾਣੀ ਲੱਗਦਾ ਏ, ਤਿਉਂ-ਤਿਉਂ ਉਸ ਦੇ ਅੰਦਰੋਂ ਮੈਲ ਨਿਕਲਦੀ ਜਾਂਦੀ ਏ। ਇਸੇ ਤਰ੍ਹਾਂ ਹੀ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਹੈ ਸੰਗਤ ਜੀ। ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਕਹਿੰਦੇ ਉਹਦੇ ਅੰਦਰ ਵੀ ਚਾਅ ਆਉਂਦਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਤੜਪ ਆਉਂਦੀ ਹੈ ਕਿ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਾਂ। ਜਿਵੇਂ ਸਾਉਣ ਦੇ ਮਹੀਨੇ ਵਿੱਚ ਕਹਿੰਦੇ ਰਸਦਾਇਕ ਉਸ ਇਸਤਰੀ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੀ ਹੈ, ਕਹਿੰਦੇ ਸਾਵਨ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਰਦੇ ਨਾ ਜਿਹੜਾ ਸਾਉਣ ਦੇ ਮਹੀਨੇ ਵਿੱਚ, ਉਹਦੇ ਅੰਦਰ ਰਸਦਾਇਕ ਰਸ ਭਰ ਜਾਂਦਾ ਹੈ, ਖੀੜਾ ਆ ਜਾਂਦਾ ਹੈ। ਸੰਗਤ ਜੀ 12 ਮਹੀਨੇ ਹਨ, 6 ਰੁੱਤਾਂ ਹਨ। ਆਪ ਜੀ ਵੇਖ ਲਵੋ, ਜਿਉਂ-ਜਿਉਂ ਪਰਮੇਸ਼ਰ ਦਾ ਅਸੀਂ ਨਾਮ ਜਪਦੇ ਹਨ, ਤਿਉਂ-ਤਿਉਂ ਸਾਡੇ ਅੰਦਰੋਂ ਵਿਕਾਰਾ ਰੂਪੀ ਮੈਲ ਖਤਮ ਹੋਈ ਜਾਂਦੀ ਹੈ। ਤਾਂ ਹੀ ਮਹਾਰਾਜ ਜੀ ਕਹਿੰਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ। ਕਿਉਂ? ਮੈਂ ਕੀਏ ਕਰਮ ਅਨੇਕਾ। ਮਹਾਰਾਜ ਮੈਂ ਅਨੇਕਾਂ ਹੀ ਕਰਮ ਕਰ ਕਰਕੇ ਹੁਣ ਮੈਂ ਆਪ ਜੀ ਦੀ ਸ਼ਰਨ ਆਇਆ। ਮਹਾਰਾਜ ਕਿਰਪਾ ਕਰੋ, ਮੈਨੂੰ ਜੀਵ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਬੇਕਾ। ਮਹਾਰਾਜ ਮੇਰੇ ਤੇ ਤਰਸ ਕਰੋ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਮਹਾਰਾਜ ਕਲਯੁਗ ਜੀਵ ਹਾਂ, ਆਪ ਜੀ ਇਸ ਅਲਪਗ ਜੀਵ ਤੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਮਹਾਰਾਜ ਮੈਨੂੰ ਸ੍ਰੇਸ਼ਟ ਬੁੱਧੀ ਦੀ ਦਾਤ ਬਖਸ਼ਿਸ਼ ਕਰ ਦਿਓ। ਕਿਹੜੀ? ਬਬੇਕ ਬੁੱਧ ਸਤਿਗੁਰ ਤੇ ਪਾਈ। ਜਿਹੜੀ ਬਬੇਕਾ ਬੁੱਧੀ ਹੈ ਨਾ ਸੰਗਤ ਜੀ, ਬਬੇਕਸਰ ਦੀ ਬਬੇਕਸਰ ਸਥਾਨ ਹੈ ਅੰਮ੍ਰਿਤਸਰ ਸਾਹਿਬ। ਜਦੋਂ ਜਾਓਗੇ ਨਾ ਤੁਸੀਂ, ਗੁਰਦੁਆਰਾ ਰਾਮਸਰ ਦੇ ਸਾਹਮਣੇ ਹੀ ਬਬੇਕਸਰ ਸਾਹਿਬ ਹੈ। ਉੱਥੇ ਵੀ 5 ਸਰੋਵਰਾਂ ਚੋਂ ਇੱਕ ਸਰੋਵਰ ਮਹਾਰਾਜ ਨੇ ਸਾਨੂੰ ਦਾਤ ਬਖਸ਼ਿਸ਼ ਕੀਤੀ। ਉੱਥੇ ਬਾਬਾ ਬੁੱਢਾ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਕੇ ਵਿਚਾਰ ਗੋਸ਼ਟ ਕਰਦੇ ਸੀ, ਵਿਵੇਕ ਦੀਆਂ ਗੱਲਾਂ ਕਰਦੇ ਸਨ, ਉਸ ਅਕਾਲ ਪੁਰਖ ਵਾਹਿਗੁਰੂ ਦੀ ਗੋਸ਼ਟ ਕਰਦੇ ਸਨ। ਸੰਗਤ ਜੀ ਉਸ ਅਸਥਾਨ ਤੇ ਮਹਾਰਾਜ ਨੇ ਕਿਹਾ ਏ, ਜਿਹੜਾ ਇਥੇ ਸ਼ਰਧਾ ਨਾਲ ਪਿਆਰ ਨਾਲ ਇਸ਼ਨਾਨ ਕਰੇਗਾ ਉਹਨੂੰ ਵਿਵੇਕ ਦੀ ਪ੍ਰਾਪਤੀ ਹੋਏਗੀ, ਵਿਵੇਕ ਦੀ ਬੁੱਧੀ ਦੀ ਪ੍ਰਾਪਤੀ ਹੋਏਗੀ। ਤਾਂ ਹੀ ਮਹਾਰਾਜ ਜੀ ਕਹਿੰਦੇ ਵਿਵੇਕ ਬੁੱਧ ਸਤ ਗੁਰ ਤੇ ਪਾਈ। ਇਹ ਕਿਸੇ ਆਮ ਬੰਦੇ ਕੋ ਨਹੀਂ, ਇਹ ਖਰੀਦੀ ਨਹੀਂ ਜਾਏਗੀ। ਇਹ ਪੂਰੇ ਕਾਕਿਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀ, ਪੂਰੇ ਗੁਰੂ ਕੋ ਮਿਲਦੀ ਹੈ ਸੰਗਤ ਜੀ ਵਿਵੇਕ ਬੁੱਧੀ। ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਨ ਨਾਨਕ ਨਾਮ ਗੁਰੂ ਤੇ ਪਾਇਆ, ਧੁਰ ਮਸਤਕ ਭਾਗ ਲਕੀਰਾ। ਕਹਿੰਦੇ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੇ ਹਨ, ਉਸ ਦੀ ਆਰਾਧਨਾ ਕਰਦੇ ਹਨ, ਉਸ ਦੇ ਕਹਿਣੇ ਵਿੱਚ ਚੱਲਦੇ ਹਨ ਨਾ, ਕਹਿੰਦੇ ਕੀ ਨਹੀਂ ਮਿਲਦਾ।
ਭਾਈ ਤਾਰੂ ਸਿੰਘ ਜੀ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਕੇ ਹਟੇ ਆ। ਅੰਮ੍ਰਿਤਸਰ ਦੀ ਧਰਤੀ ਤੇ ਪੂਲਾ ਪਿੰਡ ਦੇਖ ਲਵੋ, ਗੁਰਸਿੱਖੀ ਨੂੰ ਅੱਜ ਅਸੀਂ ਕੀ ਕਰਦੇ ਹਾਂ, ਨਾਈ ਦੀ ਦੁਕਾਨ ਤੇ ਚੱਲ ਜਾਂਦੇ ਹਾਂ ਤੇ ਆਪਣਾ ਸਿਰ ਮੁੰਨਣ ਕਰਕੇ ਆ ਜਾਂਦੇ ਹਨ। ਕਬੀਰ ਸਾਹਿਬ ਕਹਿੰਦੇ ਮੰਡ ਤੇ ਤੇਰਾ ਮੁੰਡਿਆ ਨਹੀਂ, ਕੇਸ ਮੁੰਡਾ ਏ ਕਾਏ, ਆਪਣੇ ਕੇਸ ਤੇ ਤੂੰ ਕਟਵਾਈ ਜਾਂਦਾ ਹੈ। ਉਹਨਾਂ ਵੱਲ ਦੇਖ, ਸ਼ਹੀਦਾਂ ਸਿੰਘਾਂ ਵੱਲ ਭਾਈ ਤਾਰੂ ਸਿੰਘ ਜੀ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਾਂ ਹੀ ਕਹਿੰਦੇ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਆਪਣੇ ਕੇਸ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਨਾ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਕਹਿੰਦੇ ਹਨ। ਤਾਂ ਹੀ ਕਹਿੰਦੇ ਹਨ ਜੇ ਇੱਕ ਸਕੂਲ ਵਿੱਚ, ਇੱਕ ਕਾਲਜ ਵਿੱਚ ਚੰਗਾ ਪ੍ਰਿੰਸੀਪਲ ਹੋਊਗਾ ਨਾ, ਚੰਗੀ ਮੈਨੇਜਮੈਂਟ ਹੋਏਗੀ, ਉਹ ਕਹਿੰਦੇ ਚੰਗੇ ਪ੍ਰਿੰਸੀਪਲ ਚੰਗੇ ਟੀਚਰ ਰੱਖੇਗਾ। ਸੰਗਤ ਜੀ, ਜਦੋਂ ਸਕੂਲ ਵਿੱਚ ਕਹਿੰਦੇ ਚੰਗੇ ਟੀਚਰ ਹੋਣਗੇ, ਚੰਗੇ ਵਿਦਿਆਰਥੀ ਪੜ੍ਹਾਏ ਜਾਣਗੇ, ਉਸ ਕਾਲਜ ਦੇ ਵਿੱਚੋਂ ਕਹਿੰਦੇ ਜਦੋਂ ਪ੍ਰਿੰਸੀਪਲ ਹੀ ਚੰਗਾ ਹੋਊਗਾ ਨਾ, ਕਹਿੰਦੇ ਉਸ ਕਾਲਜ ਵਿੱਚ ਚੰਗੇ ਟੀਚਰ ਰੱਖਣਗੇ। ਜੇ ਚੰਗੇ ਟੀਚਰ ਹੋਣਗੇ ਤੇ ਪੜ੍ਹਾਈ ਵਿਦਿਆਰਥੀ ਚੰਗੀ ਪੜ੍ਹਨਗੇ। ਫਿਰ ਉਸ ਸਕੂਲ ਉਸ ਕਾਲਜ ਵਿੱਚੋਂ ਕੋਈ ਜੱਜ ਬਣ ਕੇ ਜਾਏਗਾ, ਹਾਂਜੀ, ਕੋਈ ਡਾਕਟਰ ਬਣ ਕੇ ਫਿਰ ਉਹ ਚੰਗੇ ਕਰਮ ਕਰੇਗਾ। ਇਸ ਕਰਕੇ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ। ਸੰਗਤ ਜੀ, ਜਿਹੜਾ ਮਨੁੱਖ ਦੁਨੀਆ ਦੇ ਤਿੰਨ ਗੁਰੂ ਹੁੰਦੇ ਹਨ। ਪਹਿਲਾ ਹੁੰਦਾ ਹੈ ਮਾਂ ਤੇ ਸਾਡਾ ਪਿਓ। ਮਾਂ ਪਿਓ ਜਿਹੜਾ ਆਪਣੇ ਬੱਚੇ ਨੂੰ ਉਂਗਲੀ ਫੜਨੀ ਸਿਖਾਉਂਦਾ ਏ ਸੰਸਾਰ ਵਿੱਚ, ਕਹਿੰਦੇ ਜਿਹੜਾ ਉਹਨਾਂ ਨਾਲ ਝੂਠ ਬੋਲਦਾ ਹੈ ਨਾ, ਉਹਦਾ ਭਲਾ ਕਿਤੇ ਨਹੀਂ ਹੁੰਦਾ। ਦੂਜਾ, ਜਿਹੜੇ ਆਪਣੇ ਟੀਚਰ ਦੇ ਗਾੜੀ ਬੋਲਦਾ ਹੈ, ਆਪਣੇ ਟੀਚਰ ਦੀ ਇੱਜ਼ਤ ਨਹੀਂ ਕਰਦਾ, ਉਹਦੇ ਗਾੜੀ ਕੁਫਰ ਤੋਲਦਾ ਏ, ਉਹਨੂੰ ਝੂਠ ਬੋਲਦਾ ਏ, ਕਹਿੰਦੇ ਉਹ ਵੀ ਕਿਤੇ ਕਾਮਯਾਬ ਨਹੀਂ ਹੁੰਦਾ। ਤੀਜਾ, ਜਿਹੜਾ ਸਾਨੂੰ ਰੋਟੀ ਤੇ ਲਾਉਂਦਾ ਏ, ਕਿਉਂਕਿ ਦਾਸ ਵੀ ਵਿਵੇਕਸਰ ਦੀ ਧਰਤੀ ਤੋਂ ਹੀ ਵਿਦਿਆ ਪ੍ਰਾਪਤ 8 ਸਾਲ ਕੀਤੀ। ਸੰਸਾਰ ਵਿੱਚ ਕਹਿੰਦੇ ਜਿਹੜਾ ਉਹਨਾਂ ਨਾਲ ਝੂਠ ਬੋਲਦਾ ਹੈ ਨਾ, ਉਹਦਾ ਭਲਾ ਕਿਤੇ ਨਹੀਂ ਹੁੰਦਾ। ਦੂਜਾ, ਜਿਹੜੇ ਆਪਣੇ ਟੀਚਰ ਦੇ ਗਾੜੀ ਬੋਲਦਾ ਹੈ, ਆਪਣੇ ਟੀਚਰ ਦੀ ਇੱਜ਼ਤ ਨਹੀਂ ਕਰਦਾ, ਉਹਦੇ ਗਾੜੀ ਕੁਫਰ ਤੋਲਦਾ ਏ, ਉਹਨੂੰ ਝੂਠ ਬੋਲਦਾ ਏ, ਕਹਿੰਦੇ ਉਹ ਵੀ ਕਿਤੇ ਕਾਮਯਾਬ ਨਹੀਂ ਹੁੰਦਾ। ਤੀਜਾ, ਜਿਹੜਾ ਸਾਨੂੰ ਰੋਟੀ ਤੇ ਲਾਉਂਦਾ ਏ, ਕਿਉਂਕਿ ਦਾਸ ਵੀ ਵਿਵੇਕਸਰ ਦੀ ਧਰਤੀ ਤੋਂ ਹੀ ਵਿਦਿਆ ਪ੍ਰਾਪਤ 8 ਸਾਲ ਕੀਤੀ। ਗਿਆਨੀ ਰਵੇਲ ਸਿੰਘ ਜੀ ਪਾਸੋ ਸਿੰਘ ਸਾਹਿਬ ਜੀ ਬਹੁਤ ਹੀ ਪਿਆਰ ਵਾਲੀ ਆਤਮਾ ਹੈ। ਸਿੰਘ ਸਾਹਿਬ ਜੀ ਤਕਰੀਬਨ ਉਹ ਇੰਗਲੈਂਡ ਦੀ ਧਰਤੀ ਤੇ ਆਉਂਦੇ ਰਹਿੰਦੇ ਹਨ। ਬਹੁਤ ਲੰਮਾ ਸਮਾਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਬਤੌਰ, ਫਿਰ ਉਹਨਾਂ ਨੇ ਉੱਥੇ ਹੀ ਹੈੱਡ ਗ੍ਰੰਥੀ ਦੀ ਡਿਊਟੀ ਕੀਤੀ। ਨਾਲ ਬੱਚਿਆਂ ਨੂੰ ਤਕਰੀਬਨ 2003 ਸਨ ਤੋਂ ਹੀ ਵਿਵੇਕਸਰ ਵਿਖੇ ਗੁਰਦੁਆਰਾ ਸਾਹਿਬ ਵਿਖੇ ਸੰਥਿਆ ਸ਼ੁਰੂ ਕਰਾਈ ਗੁਰਬਾਣੀ ਦੀ। ਅੱਜ ਸੰਗਤ ਜੀ ਉੱਥੇ ਇੰਨੀ ਬਖਸ਼ਿਸ਼ ਹੋ ਗਈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ, ਤਕਰੀਬਨ 60 ਤੋਂ 70 ਵਿਦਿਆਰਥੀ ਸੰਥਿਆ ਕਰਦੇ ਗੁਰਬਾਣੀ ਦੀ। ਅੱਜ ਜਿਹੜੀ ਟਕਸਾਲ ਹੈ ਨਾ ਸਾਡੀ ਗੁਰਬਾਣੀ ਦੀ, ਇਹ ਕਹਿੰਦੇ ਇੱਥੋਂ ਨਵੇਂ ਤੋਂ ਨਵੇਂ ਭਾਂਡੇ ਜਿਹੜੇ ਤਿਆਰ ਹੁੰਦੇ ਨਾ, ਜਿਵੇਂ ਇੱਕ ਘੁਮਿਆਰ ਭਾਂਡੇ ਤਿਆਰ ਕਰਦਾ ਏ, ਸੰਗਤ ਜੀ ਟਕਸਾਲਾਂ 'ਚੋਂ ਵੱਡੇ ਵੱਡੇ ਵਿਦਵਾਨ ਜਦੋਂ ਉਸ ਤੋਂ ਤਿਆਰ ਹੋ ਕੇ ਨਿਕਲਦੇ ਹਨ ਨਾ, ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਸੂਰਜ ਵਾਂਗੂ ਜਿਵੇਂ ਰੋਸ਼ਨੀ ਮਿਲਦੀ ਨਾ, ਕਹਿੰਦੇ ਇਦਾਂ ਗਿਆਨ ਵੰਡਦੇ ਆ। ਇਹ ਸਾਰੀ ਕਿਰਪਾ ਕਿਹਨਾਂ ਨੇ ਕੀਤੀ? ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਆਪ ਟਕਸਾਲ ਤਿਆਰ ਕੀਤੀ। ਉੱਥੇ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਜਿਨ੍ਹਾਂ ਨੂੰ ਸੰਗਤ ਜੀ ਵਿਦਿਆ ਦੇ ਸੂਰਜ ਦੇ ਗਿਆਨ ਦੇ ਦਾਤੇ ਕਿਹਾ ਜਾਂਦਾ ਹੈ। ਵਿਦਿਆ ਦੇ, ਕਿਉਂਕਿ ਸੂਰਜ ਦੀ ਨਿਆਈ ਕਿਉਂ ਕਿਹਾ ਜਾਂਦਾ ਹੈ? ਕਹਿੰਦੇ ਸੂਰਜ ਜਿਵੇਂ ਰੋਸ਼ਨੀ ਵੰਡਦਾ ਹੈ ਨਾ, ਉਹਦੀਆਂ ਕਿਰਨਾਂ ਜਿੱਥੇ ਜਿੱਥੇ ਕਿਰਨਾਂ ਜਾਂਦੀਆਂ ਉੱਥੇ ਉੱਥੇ ਹੀ ਉਜਾਲਾ ਕਰਦੀਆਂ ਹਨ। ਸੰਗਤ ਜੀ, ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਵੀ ਮਹਾਰਾਜ ਜੀ ਸਮੱਤ ਬਖਸ਼ੇ, ਵਿਵੇਕ ਦੀ ਬੁੱਧੀ ਦੀ ਪ੍ਰਾਪਤੀ ਹੋ ਜਾਵੇ। ਜਿਨ੍ਹਾਂ ਨੂੰ ਕਹਿੰਦੇ ਵਿਵੇਕ ਦੀ ਬੁੱਧੀ ਦੀ ਪ੍ਰਾਪਤੀ ਹੋ ਜਾਂਦੀ ਨਾ,
ਕਹਿੰਦੇ ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਨ ਨਾਨਕ ਨਾਮ ਗੁਰੂ ਤੇ ਪਾਇਆ, ਧੁਰ ਮਸਤਕ ਭਾਗ ਲਖੀਰਾ। ਕਹਿੰਦੇ ਉਹਨਾਂ ਦਾ ਧੁਰ ਮਸਤਕ ਭਾਗ ਲਿਖੀਦਾ, ਉਹਨਾਂ ਦੇ ਧੁਰੋਂ ਹੀ ਮਸਤਕ ਤੇ ਮੱਥੇ ਦੇ ਭਾਗ ਚੰਗੇ ਲਿਖੇ ਜਾਂਦੇ ਹਨ। ਗੁਰੂ ਸਾਹਿਬ ਕਿਰਪਾ ਕਰਨ, ਭਾਈ ਤਾਰੂ ਸਿੰਘ ਵਾਂਗੂ ਸਾਨੂੰ ਵੀ ਆਪਣੀ ਸਿੱਖੀ ਸੰਭਾਲਣੀ ਆ ਜਾਵੇ। ਸੰਗਤ ਜੀ, ਛੋਟੇ ਸਾਹਿਬਜ਼ਾਦਿਆਂ ਨੇ ਵੀ ਆਪਣੀ ਜੁੱਤੀ ਗਾੜੀ ਕਰਤੀ ਹੀ, ਸੀਸ ਨਹੀਂ ਨਵਾਇਆ। ਸਿਰਫ ਸਿੱਖ ਦਾ ਕਿ ਗੁਰੂ ਦੇ ਗਾੜੀ ਹੀ ਸੀਸ ਝੁਕਣਾ ਚਾਹੀਦਾ, ਪੂਰੇ ਗੁਰੂ ਦੇ ਗਾੜੀ, ਕਿਸੇ ਦੰਭੀ ਪਖੰਡੀ ਗਾੜੀ ਨਹੀਂ। ਸੰਗਤ ਜੀ, ਜਿਹੜਾ ਗੁਰੂ ਦਾ ਸਿੱਖ ਹੁੰਦਾ ਹੈ ਨਾ, ਕਹਿੰਦੇ ਜਦੋਂ ਵੀ ਉਹਨੂੰ ਕਿਸੇ ਚੀਜ਼ ਦੀ ਪ੍ਰਾਪਤੀ ਹੋਵੇ, ਕਿਸੇ ਚੀਜ਼ ਦੀ ਲੋੜ ਹੋਵੇ, ਕਹਿੰਦੇ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੇ ਚਰਨਾਂ 'ਚ ਆ ਕੇ ਅਰਦਾਸ ਕਰ ਦਵੇ, ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਨਾਏ ਜੀਓ। ਮਹਾਰਾਜ, ਮੈਂ ਦੂਰੋਂ ਚੱਲ ਕੇ ਆਇਆ ਹੈ, ਪਰ ਮੈਂ ਤੁਹਾਡੀ ਸ਼ਰਨ ਦਾ ਆਸਰਾ ਤੱਕਿਆ ਹੈ। ਮੈਂ ਆਸਾ ਰੱਖੀ ਚਿੱਤ ਮੈਂ, ਹੇ ਅਕਾਲ ਪੁਰਖ ਵਾਹਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਮੈਂ ਆਸਾ, ਮੇਰੇ ਮਨ ਵਿੱਚ ਇਹ ਆਸਾ ਏ। ਕਿਹੜੀ? ਬਾਬਾ ਆਦਮ ਨੇ ਆਸ ਤੱਕੀ ਸੀ ਨਾ, ਦੁਆਬੇ ਦੀ ਧਰਤੀ ਤੋਂ ਚੱਲ ਕੇ ਮਹਾਰਾਜ ਦੀ ਗੁਰੂ ਰਾਮਦਾਸ ਦੀ ਧਰਤੀ ਤੇ ਗੁਰੂ ਰਾਮਦਾਸ ਦੇ ਘਰ ਵਿੱਚ ਆਏ, ਬਜ਼ੁਰਗ ਹੋ ਗਏ ਸੀ ਕਿ ਪੁੱਤਰ ਦੀ ਦਾਤ ਲੈਣੀ ਪਾਤਸ਼ਾਹ ਤੇਰੇ ਕੋਲ। ਸੇਵਾ ਕੀਤੀ, ਸ਼ਰਧਾ ਨਾ ਕੀਤੀ, ਕਹਿੰਦੇ ਇੰਨੀ ਠੰਡ ਦੇ ਵਿੱਚ ਲੱਕੜਾਂ ਬਾਲ ਬਾਲ ਕੇ ਸੰਗਤਾਂ ਨੂੰ ਨਿੱਘ ਦਿੱਤਾ, ਤੇ ਗੁਰੂ ਰਾਮਦਾਸ ਦੀ ਇੰਨੀ ਖੁਸ਼ੀ ਮਿਲੀ। ਸੰਗਤ ਜੀ, ਅੱਜ ਵੀ ਗੁਰੂ ਰਾਮਦਾਸ ਦੇ ਘਰ ਦਾ ਨਾਂ, ਜੇ ਕਹਿੰਦੇ ਜਿਹੜੇ ਮੁਖ ਤੋਂ ਗੁਰੂ ਰਾਮਦਾਸ ਦਾ ਨਾਂ ਜਪਿਆ ਜਾਵੇ ਨਾ, ਉਹਨਾਂ ਦੇ ਕਰੋੜਾ ਪਾਪ ਮਿਟ ਜਾਂਦੇ। ਜਪ ਲਓ ਇੱਕ ਵਾਰੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਕਹਿੰਦੇ ਜਿਹੜਾ ਉਸ ਗੁਰੂ ਰਾਮਦਾਸ ਦੇ ਘਰ ਵਿੱਚ ਇੱਕ ਸਥਾਨ ਹੈ, ਬਹੁਤ ਨੀਵਾ, ਪੌੜੀਆਂ ਉੱਤਰ ਕੇ ਜਾਇਆ ਜਾਂਦਾ ਹੈ। ਕਿਉਂ ਨੀਵਾ ਬਣਿਆ ਹੈ? ਕਹਿੰਦੇ ਭਲਿਆ, ਜੇ ਉਸ ਘਰ ਵਿੱਚ ਜਾਣਾ ਹੈ, ਆਪਣੀ ਮੱਤ ਨੂੰ, ਆਪਣੇ ਮਨ ਨੂੰ ਨੀਵਾ ਕਰਦੀ। ਸਿੱਖਾਂ ਦਾ ਮਨ ਨੀਵਾ, ਮੱਤ ਉੱਚੀ। ਕਹਿੰਦੇ ਆਪਣੀ ਮੱਤ ਨੂੰ ਉੱਚਿਆ ਕਰਕੇ, ਆਪਣੇ ਮਨ ਨੂੰ ਨੀਵਾ ਕਰਕੇ। ਸੰਗਤ ਜੀ, ਜਦੋਂ ਕਹਿੰਦੇ ਗੁਰੂ ਰਾਮਦਾਸ ਦੇ ਘਰ ਵਿੱਚ ਚਰਨ ਪਾਏ, ਪੈਰ ਰੱਖੇ ਜਾਂਦੇ ਹਨ, ਉਹ ਚਰਨ ਰੱਖੇ ਜਾਂਦੇ, ਕਹਿੰਦੇ ਉਹਦੇ ਕਰੋੜਾਂ ਪਾਪ ਮਿਟ ਜਾਂਦੇ ਹਨ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸੰਗਤ ਜੀ, ਦਾਸ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਦੇ ਘਰੇ ਤਕਰੀਬਨ 10 ਕੁ ਸਾਲ ਦੇ ਕਰੀਬ ਰਿਹਾ ਹੈ। ਮੈਂ ਅਨੇਕਾਂ ਦੀਆਂ ਅਰਦਾਸਾਂ ਕਰਦੇ ਸਨ। ਮੈਂ ਅੱਖੀ ਵੇਖੇ ਐਸੇ ਕੋਤਕ, ਕਿਉਂਕਿ ਉਹਨਾਂ ਦੇ ਚਰਨਾਂ 'ਚ ਬੈਠਾ ਹੁੰਦਾ ਸੀ ਮੈਂ, ਉੱਥੇ ਉਹਨਾਂ ਕੋਲ ਗੁਰਬਾਣੀ ਅਤੇ ਤਬਲਾ ਸਿੱਖਦਾ ਸੀ। ਪਰ ਉੱਥੇ ਇਹੋ ਜਿਹੇ ਵਿਚਾਰੇ ਜਿਹੜੇ ਟੁੱਟੇ ਹੁੰਦੇ ਸੀ ਹਿਰਦੇ 'ਚੋਂ, ਜਿਨ੍ਹਾਂ ਨੂੰ ਕਿਤੇੋਂ ਕੁਝ ਨਹੀਂ ਮਿਲਦਾ ਸੀ। ਤੇ ਸਿੰਘ ਸਾਹਿਬ ਜੀ ਅਰਦਾਸ ਕਰੋ, ਸਿੰਘ ਸਾਹਿਬ ਜੀ ਨੇ ਇਹੀ ਕਹਿਣਾ ਕਿ ਮੂਲ ਮੰਤਰ ਦਾ ਜਾਪ ਕਰਿਆ ਕਰੋ, ਨਿਤਨੇਮ ਕਰਿਆ ਕਰੋ, ਉਸ ਅਕਾਲ ਪੁਰਖ ਦੀ ਆਰਾਧਨਾ ਕਰਿਆ ਕਰੋ, ਗੁਰੂ ਰਾਮਦਾਸ ਦੇ ਘਰ ਵਿੱਚ ਇਸ਼ਨਾਨ ਕਰੋ, ਸੇਵਾ ਕਰੋ। ਜੇ ਤੁਹਾਡੇ ਕੁਝ ਨਾ ਪ੍ਰਾਪਤ ਹੋਊਗਾ, ਮੈਨੂੰ ਜੋ ਮਰਜ਼ੀ ਕਹਿ ਲਿਓ। ਸੰਗਤ ਜੀ, ਉਹਨਾਂ ਦੇ ਇੰਨੇ ਕਾਰਜ ਪੂਰੇ ਹੁੰਦੇ। ਕਈਆਂ ਦੇ ਘਰੇ 20-20 ਸਾਲ ਬਾਅਦ ਬੱਚੇ ਹੋਏ, ਕਈਆਂ ਦੇ ਘਰੇ 12-12 ਸਾਲ ਬਾਅਦ ਬੱਚੇ ਹੋਏ, ਕਿਉਂਕਿ ਗਿਆਨੀ ਪੂਰਨ ਸਿੰਘ ਜੀ ਦੇ ਘਰ ਖੁਦ 2 ਸਪੁੱਤਰ ਹਨ, ਤੇ ਜਿਹੜੇ ਉਹਨਾਂ ਦੇ ਛੋਟੇ ਸਪੁੱਤਰ ਹਨ ਮਨਜਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਦੇ। ਸੰਗਤ ਜੀ, ਮੈਂ ਸੱਚ ਬੋਲ ਰਿਹਾ, ਗੁਰੂ ਸਾਹਿਬ ਦੀ ਹਜ਼ੂਰੀ 'ਚ। ਦਾਸ ਉਹਨਾਂ ਦੇ ਘਰੇ ਤਕਰੀਬਨ 10 ਸਾਲ ਦੇ ਕਰੀਬ ਰਿਹਾ ਹੈ। ਤੇ ਭਾਬੀ ਜੀ ਹੋਣਿਆਂ ਨੂੰ ਕਹਿਣਾ ਕਿ ਤੁਸੀਂ ਗੁਰੂ ਰਾਮਦਾਸ ਦੇ ਘਰੇ ਜਾਇਆ ਕਰੋ, ਉਹਨਾਂ ਘਰੇ ਬੱਚਾ ਕੋਈ ਨਹੀਂ ਸੀ। ਸੰਗਤ ਜੀ, ਗੁਰੂ ਰਾਮਦਾਸ ਦੇ ਘਰੇ ਰੋਜ਼ਾਨਾ ਸਿੰਘ ਸਾਹਿਬ ਜੀ ਨਾਲ ਅੰਮ੍ਰਿਤ ਵੇਲੇ ਜਾ ਕੇ ਆਪ ਤੁਰ ਕੇ ਜਾਂਦੇ ਸੀ, ਆਂਦੇ ਸਿੰਘ ਸਾਹਿਬ ਨਾਲ ਸੀ। ਇੰਨੀ ਸ਼ਰਧਾ ਨਾਲ ਸੇਵਾ ਕੀਤੀ, ਗੁਰੂ ਰਾਮਦਾਸ ਦੇ ਘਰੇ ਇਸ਼ਨਾਨ ਕੀਤਾ। ਸਿੰਘ ਸਾਹਿਬ ਜੀ ਦੇ ਘਰੇ, ਉਹਨਾਂ ਦੇ ਸਪੁੱਤਰ ਦੇ ਘਰੇ ਆਪ 13-14 ਸਾਲਾਂ ਬਾਅਦ ਸਪੁੱਤਰ ਨੇ ਜਨਮ ਲਿਆ। ਅੱਜ ਉਹਨਾਂ ਦੇ ਘਰੇ 2 ਸਪੁੱਤਰ ਹਨ। ਗੁਰੂ ਸਾਹਿਬ ਦੇ ਘਰੇ ਕੀ ਨਹੀਂ ਮਿਲਦਾ? ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰਾ? ਸੱਚੇ ਪਾਤਸ਼ਾਹ, ਤੁਹਾਡੇ ਘਰ ਵਿੱਚ ਕੀ ਨਹੀਂ ਹੈਗਾ?
घर तां तेरा सब किछ है, जिस देह सो पावे। हे वाहिगुरू, जिन्हों तुसी दे दिंदे हो उन्होंने सब कुछ मिलता है, पर संगत जी अपना जिहड़ा भांडा है ना, इनू हिरदा रूपी भांडे नू सीधा कर लो। कहंदे गुरु रामदास दे घर दियां सारियां खुशियां प्राप्त हो जांदियां हन। ते चार जिहड़ियां चीज़ां हन जिन्हां नू दुख मिलता है, महाराज जी कहंदे नानक सावन जे वसै। विछोड़ा किन्हां नूं आ? पहला महाराज ने कहा ना खुशी मिलती चारां नूं। नानक सावन जे वसै चहु उमाहा होए। कहंदे चार जाणियां नूं खुशी प्राप्त हुंदी संगत जी। चार जाणियां नूं किहड़ी खुशी प्राप्त हुंदी है? नागा मिर्गा मच्छियां रस्सियां घर धन होए। कहंदे पहला नागां नूं सप्पां नूं हिरनां नूं अते मच्छियां नूं ते जिहड़े घर विच लोग तगड़े लोग मींह विच घरे रहिंदे हन, वो काम ते जांदे नहीं, वो घरे चंगे पकवान बना के खांदे हन। इन्हां नूं उस परमेश्वर दे कहंदे जिवें इन्हां नूं खेड़ा मिलदा है ना, खुशी मिलदी। कहंदे जिहड़ा जीव ਜਿਹੜੀ ਇਸਤਰੀ ਸੌਣ ਦੇ ਮਹੀਨੇ ਵਿੱਚ ਉਸ ਅਕਾਲ ਪੁਰਖ ਦੀ ਆਰਾਧਨਾ ਕਰਦੀ ਹੈ ਨਾ, ਸਿਮਰਨ ਕਰਦੀ ਹੈ, ਕਹਿੰਦੇ ਉਹਦੇ ਹਿਰਦੇ ਰੂਪੀ ਪਰਮੇਸ਼ਰ ਦੇ ਅੰਦਰੋਂ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਨਾਲ ਖੇੜਾ ਉਤਸ਼ਾਹ ਹੁੰਦਾ ਹੈ ਸੌਣ ਦੇ ਮਹੀਨੇ ਵਿੱਚ। ਸਾਵਨ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ। ਕਹਿੰਦੇ ਉਹਨਾਂ ਦੇ ਚਰਨਾਂ ਦੇ ਵਿੱਚ ਜਿਹੜਾ ਉਸ ਕਮਲ ਪਰਮੇਸ਼ਰ ਦੇ ਕਮਲ ਰੂਪੀ ਚਰਨਾਂ ਦੇ ਵਿੱਚ ਧਿਆਨ ਲਾਉਂਦਾ ਹੈ ਨਾ, ਉਹਨੂੰ ਸਰਸੀ ਦਾ ਭਾਵ ਹੁੰਦਾ ਹੈ ਸਹਿਤ ਰਸ ਤੇ, ਉਹਨਾਂ ਨੂੰ ਆਨੰਦ ਆਉਂਦਾ ਹੈ। ਕਹਿੰਦੇ ਵਿਛੋੜਾ ਕਿੱਦਾਂ ਹੈ? ਨਾਨਕ ਸਾਵਨ ਜੇ ਵਸੈ ਚਹੂ ਉਮਾਹਾ ਹੋਏ। ਇਸ ਤਰ੍ਹਾਂ ਹੀ ਨਾਨਕ ਸਾਵਨ ਜੇ ਵਸੈ ਚਹੂ ਵਿਛੋੜਾ ਹੋਏ। ਵਿਛੋੜਾ ਸੰਗਤ ਜੀ ਕਿਹਨਾਂ ਨੂੰ ਹੁੰਦਾ ਹੈ? ਗਾਈ ਪੂਤਾ ਨਿਰਧਨਾ ਪੰਥੀ ਚਾਕਰ ਹੋਏ। ਕਹਿੰਦੇ ਜਿਹੜੀ ਗਾਂ ਹੁੰਦੀ ਨਾ, ਗਾਂ ਦਾ ਪੁੱਤਰ ਹੁੰਦਾ ਵੱਛਾ। ਆਪ ਜੀ ਸੰਗਤ ਜੀ ਜਾਣਦੇ ਹੋ ਗਾਈ ਪੁੱਤਾ ਨਿਰਧਨਾ। ਕਹਿੰਦੇ ਜਿਹੜੇ ਗਾਈ ਦੇ ਪੁੱਤਰ ਹੁੰਦੇ ਹਨ ਵੱਛੇ, ਜਦੋਂ ਕਹਿੰਦੇ ਨਾ ਪੈਲੀ ਵਿੱਚ, ਆਪ ਜੀ ਜਾਣਦੇ ਹੋ ਸੌਣ ਦੇ ਮਹੀਨੇ ਵਿੱਚ ਜਦੋਂ ਵਾਹੁੰਦੇ ਹਨ, ਕਹਿੰਦੇ ਉਹਨਾਂ ਨੂੰ ਦੁੱਖ ਹੁੰਦਾ ਏ। ਕਹਿੰਦੇ ਕਿਉਂਕਿ ਨਿਰਧਨਾ ਉਹਨਾਂ ਨੂੰ ਦੁੱਧ ਨਹੀਂ ਮਿਲਦਾ, ਵਿਛੋੜਾ ਹੋ ਜਾਂਦਾ ਆਪਣੀ ਮਾਂ ਤੋਂ। ਕਹਿੰਦੇ ਇਸੇ ਤਰ੍ਹਾਂ ਹੀ ਜਦੋਂ ਮੀਂਹ ਪੈਂਦਾ ਏ, ਜਿਹੜੇ ਦਿਹਾੜੀਦਾਰ ਹੁੰਦੇ ਹਨ ਉਹਨਾਂ ਦੀ ਦਿਹਾੜੀ ਟੁੱਟ ਜਾਂਦੀ ਹੈ। ਦਿਹਾੜੀ ਟੁੱਟ ਜਾਂਦੀ ਨਾ ਜਦੋਂ ਮਜ਼ਦੂਰ ਵਿਚਾਰਾ ਬਾਹਰ ਖਲੋਤਾ ਏ, ਘਰ ਬਣਦੇ ਹਨ, ਸੜਕਾਂ ਦੇ ਕੰਮ ਹੁੰਦੇ ਹਨ ਉਹਨਾਂ ਦੇ। ਜਦੋਂ ਮੀਂਹ ਪੈਂਦਾ ਸੰਗਤ ਜੀ ਉਹਨਾਂ ਦੇ ਕੰਮ ਨਹੀਂ ਹੁੰਦੇ, ਉਹਨਾਂ ਨੂੰ ਦੁੱਖ ਹੁੰਦਾ ਹੈ, ਵਿਛੋੜਾ ਹੁੰਦਾ ਹੈ। ਪੰਥੀ ਚਾਕਰ ਹੋਏ। ਤੇ ਸੰਗਤ ਜੀ ਜਿਨ੍ਹਾਂ ਨੇ ਕਿਤੇ ਜਾਣਾ ਹੁੰਦਾ ਨਾ ਦੂਰ, ਤੇ ਉਹ ਵੀ ਮੀਂਹ ਕਰਕੇ ਜਾ ਨਹੀਂ ਸਕਦੇ, ਬੱਸ ਅੱਡਿਆਂ ਦੇ ਫਸੇ ਹੁੰਦੇ ਹਨ। ਕਹਿੰਦੇ ਉਹਨਾਂ ਨੂੰ ਵੀ ਦੁੱਖ ਹੁੰਦਾ ਹੈ ਕਿ ਮੀਂਹ ਹਟੇ ਤੇ ਅਸੀਂ ਜਾਈਏ। ਜਿਵੇਂ ਚਾਰ ਜਾਣਿਆਂ ਨੂੰ ਦੁੱਖ ਹੁੰਦਾ ਹੈ ਤੇ ਚਾਰ ਜਾਣਿਆਂ ਨੂੰ ਸੁੱਖ ਹੁੰਦਾ ਹੈ ਨਾ, ਕਹਿੰਦੇ ਜਿਹੜੇ ਸੌਣ ਦੇ ਮਹੀਨੇ 'ਚ ਉਹਦੀ ਆਰਾਧਨਾ ਨਹੀਂ ਨਾ ਕਰਦੇ ਜੀਵ, ਉਹਨਾਂ ਨੂੰ ਵਿਛੋੜਾ ਹੁੰਦਾ ਹੈ। ਜਿਹੜੇ ਉਸ ਦੀ ਆਰਾਧਨਾ ਕਰਦੇ ਹਨ ਅਕਾਲ ਪੁਰਖ ਵਾਹਿਗੁਰੂ ਦੀ, ਕਹਿੰਦੇ ਉਹਨਾਂ ਦੇ ਅੰਦਰ ਖੁਸ਼ੀ ਅਤੇ ਖੇੜਾ ਪ੍ਰਾਪਤ ਹੁੰਦਾ ਹੈ। ਬਾਬਾ ਭਾਈ ਤਾਰੂ ਸਿੰਘ ਧੰਨ ਮਹਾਂਪੁਰਖ ਜਿਨ੍ਹਾਂ ਨੇ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਸੰਗਤ ਜੀ। ਇਹ ਨਿਮੰਗੀ ਆਪਣੀ ਖੋਪੜੀ ਲਵਾ ਲਈ, ਕੇਸ ਨਹੀਂ। ਤੇ ਅੱਜ ਸੰਗਤ ਜੀ ਆਪਾਂ ਵੀ ਝਾਤੀ ਮਾਰੀਏ, ਅਸੀਂ ਨਾਈਆਂ ਦੀ ਦੁਕਾਨਾਂ 'ਤੇ ਜਾ ਕੇ ਆਪਣਾ ਸੀਸ ਕਰ ਲੈਂਦੇ ਹਾਂ। ਜਦੋਂ ਤੁਸੀਂ ਨਾਈਆਂ ਦੀ ਦੁਕਾਨ 'ਤੇ ਜਾਂਦੇ ਹੋ ਸੰਗਤ ਜੀ, ਇੱਕ ਵਾਰੀ ਭਾਈ ਤਾਰੂ ਸਿੰਘ ਵੱਲ ਵੇਖ ਲਿਆ ਕਰੋ, ਚਾਰ ਸਾਹਿਬਜ਼ਾਦਿਆਂ ਵੱਲ ਵੇਖ ਲਿਆ ਕਰੋ, ਤੁਹਾਡਾ ਮਨ ਆਪਣੇ ਆਪ ਹੀ ਪਿਘਲ ਜਾਊਗਾ ਮੋਮਬੱਤੀ ਵਾਂਗੂ।
ਗੁਰੂ ਸਾਹਿਬ ਕਿਰਪਾ ਕਰਨ, ਤੁਹਾਨੂੰ ਸਿੱਖੀ ਸਿੱਧਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਨ। ਸੰਗਤ ਜੀ, ਜਦੋਂ ਸਕੂਲ ਰੋਜ਼ਾਨਾ ਜਾਂਦੇ ਹਨ, ਇਹ ਵੀ ਇੱਕ ਗੁਰਮਤਿ ਦਾ ਵਿਦਿਆਲਾ ਹੈ। ਜੇ ਇੱਥੇ ਤੁਸੀਂ ਰੋਜ਼ ਆਓਗੇ ਨਾ, ਰੋਜ਼ ਕੀਰਤਨ ਕਰੋਗੇ, ਸੰਗਤ ਜੀ ਦੂਰੋਂ ਦੂਰੋਂ ਆ ਕੇ ਦੇਸ਼ਾਂ ਵਿਦੇਸ਼ਾਂ 'ਚ ਢਾਡੀ, ਰਾਗੀ, ਵਿਦਵਾਨ, ਕਥਾਵਾਚਕ ਆਪ ਜੀ ਨੂੰ ਇਹੀ ਆਪ ਜੀ ਨੂੰ ਸਰਵਣ ਕਰਾਉਂਦੇ ਹਨ। ਕਹਿੰਦੇ ਕੇਸੋ ਕੇਸੋ ਕੂਕੀ ਹੈ ਕਬੂ ਕੇ ਸੁਨੇ ਪੁਕਾਰ। ਅਸੀਂ ਉਹਦੀ ਗਾੜੀ ਤਰਲਾ ਮਾਰਨੀ ਜਾਣਾ, ਤਰਲਾ ਮਾਰੀ ਜਾਣਾ, ਮਹਾਰਾਜ ਜੀ ਕਿਰਪਾ ਕਰੋ, ਕਿਰਪਾ ਕਰੋ, ਅਸੀਂ ਤੇਰੀ ਸ਼ਰਨ ਵਿੱਚ ਆ ਗਏ ਮਹਾਰਾਜ। ਮੇਰਾ ਸਭੋ ਦੁੱਖ ਗਵਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ। ਸੱਚੇ ਪਾਤਸ਼ਾਹ, ਮੈਂ ਆਪਣੇ ਮਨ ਵਿੱਚ ਚਿੱਤ ਵਿੱਚ ਇਹੀ ਅਰਦਾਸ ਰੱਖੀ ਆ ਕਿ ਮਹਾਰਾਜ ਮੈਂ ਤੇਰੀ ਆਰਾਧਨਾ ਕਰਾਂ। ਕਹਿੰਦੇ ਮਨ ਤਨ ਰੱਤਾ ਸੱਚ ਰੰਗ, ਕਹਿੰਦੇ ਉਹਦਾ ਮਨ ਤੇ ਤਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਰੰਗ ਵਿੱਚ ਰੱਤਿਆ ਜਾਂਦਾ ਹੈ। ਇੱਕੋ ਨਾਮ ਆਧਾਰ, ਮਹਾਰਾਜ ਮੈਨੂੰ ਕਿਸੇ ਹੋਰ ਦੂਜੇ ਦਾ ਆਸਰਾ ਨਹੀਂ, ਮੈਨੂੰ ਤੇਰਾ ਹੀ ਆਸਰਾ ਹੈ। ਸੰਗਤ ਜੀ, ਇੱਕ ਵਾਰੀ ਆਸਰਾ ਤੱਕ ਕੇ ਤੇ ਵੇਖੋ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ। ਕਹਿੰਦੇ ਸੁੱਖ ਮਿਲਦਾ ਹੈ, ਨਾਮ ਮਿਲਦਾ ਹੈ, ਪਰਮੇਸ਼ਰ ਦੇ ਘਰੋਂ ਸੋਭਾ ਮਿਲਦੀ ਆ। ਕਿਦੋਂ ਮਿਲਦਾ ਸੋਭਾ? ਕਿਸੇ ਕੋ 3 ਦਿਨ ਚਲ ਜਾਓ ਪੈਸੇ ਲੈਣ, 1 ਦਿਨ ਦੇ ਦੇਗਾ, ਦੂਜੀ ਵਾਰੀ ਜਾਓਗੇ ਥੋੜਾ ਜਿਹਾ ਮੂੰਹ ਬਣਾਏਗਾ, ਤੀਜੀ ਵਾਰੀ ਜਾਓਗੇ ਤੇ ਕਹੂਗਾ ਬਾਹ ਤੂੰ ਤੇ ਰੋਜ਼ ਹੀ ਪਖੰਡ ਫੜ ਲਿਆ ਹੈ। ਪਰ ਇਸ ਅਕਾਲ ਪੁਰਖ ਵਾਹਿਗੁਰੂ ਦੀ ਗਾੜੀ ਰੋਜ਼ ਆ ਜਾਓ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਦਿੰਦਾ ਦੇ ਲੈਂਦੇ ਥੱਕ ਪਾਗੇ। ਕਹਿੰਦੇ ਤੂੰ ਆਪਣਾ ਲੈਣ ਵਾਲਾ ਭਾਂਡਾ ਸਿੱਧਾ ਤੇ ਲੈ ਕੇ ਆ, ਇੱਥੋਂ ਬਖਸ਼ਿਸ਼ ਰੂਪੀ ਬੂੰਦਾਂ ਡਿੱਗੀ ਜਾ ਰਹੀਆਂ, ਡਿੱਗੀ ਜਾ ਰਹੀਆਂ। ਕਿੱਦਾਂ ਡਿੱਗਦੀਆਂ? ਤੁਸੀਂ ਕਹਿੰਦਾ ਬੂੰਦਾਂ ਕਿਹੜੀਆਂ? ਬੂੰਦਾਂ ਤੇ ਮੀਂਹ ਦੀਆਂ ਹੁੰਦੀਆਂ। ਸੰਗਤ ਜੀ ਨਹੀਂ, ਜਦੋਂ ਝੜੀ ਲੱਗਦੀ ਹੈ ਨਾ, ਨਿੱਕੀਆਂ ਨਿੱਕੀਆਂ ਬੂੰਦਾਂ ਡਿੱਗਦੀਆਂ ਹਨ ਤੇ ਧਰਤੀ 'ਚ ਸਮੋ ਜਾਂਦੀਆਂ ਹਨ। ਤੇ ਜਦੋਂ ਕਹਿੰਦੇ ਰੋੜਾ ਮੂੰਹ ਆਉਂਦਾ ਨਾ ਮੀਂਹ, ਉਹ ਉੱਪਰ ਉੱਪਰ ਹੀ ਲੰਘ ਜਾਂਦਾ ਹੈ। ਸੰਗਤ ਜੀ, ਉਹਦੇ ਘਰ ਆ ਕੇ ਅਰਦਾਸ ਕਰਿਆ ਕਰੋ, ਪਾਤਸ਼ਾਹ ਮੈਂ ਤੇਰੀ ਸ਼ਰਨ ਆਇਆ ਏ, ਮੈਂ ਅਲਪੱਗ ਜੀਆਂ, ਕਲਯੁਗ ਜੀਵਾਂ, ਕਲਯੁਗ ਜੀਵ ਮਹਾਰਾਜ ਮੇਰੇ ਤੇ ਤਰਸ ਕਰੋ। ਸਤਿਗੁਰੂ, ਮੈਂ ਤੇਨੇ ਜੋਗਾ ਨਹੀਂ ਸੀ, ਤੇਰਾ ਕੀਤਾ ਜਾਤੋ ਨਹੀਂ, ਤੇਰਾ ਕੀਤਾ ਨਹੀਂ ਜਾਣ ਸਕਦਾ ਮੈਂ, ਮੈਨੂੰ ਜੋਗ ਕੀਤੋ ਹੀ। ਮਹਾਰਾਜ ਤੂੰ ਇੰਨੇ ਜੋਗਾ ਮੈਨੂੰ ਕੀਤਾ, ਮੈਂ ਇੰਨੇ ਜੋਗਾ ਨਹੀਂ ਸੀ। ਤਰਸ ਪਿਆ ਮੇਹ ਰਹਿਮਤ ਹੋਈ, ਮਹਾਰਾਜ ਤੂੰ ਤਰਸ ਕੀਤਾ, ਮੇਰੇ ਤੇ ਰਹਿਮਤ ਹੋਈ, ਦਇਆ ਹੋਈ। ਸਤਿਗੁਰ ਸੱਜਣ ਮਿਲਿਆ, ਤੁਸੀਂ ਮਹਾਰਾਜ ਮੈਨੂੰ ਮਿਲੇ, ਨਾਨਕ ਨਾਮ ਮਿਲੇ। ਕਹਿੰਦੇ ਇਹ ਨਾਨਕ, ਗੁਰੂ ਨਾਨਕ ਪਾਤਸ਼ਾਹ, ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਗੁਰੂ ਨਾਨਕ ਪਾਤਸ਼ਾਹ ਦੀ ਮੋਹਰ ਲਾ ਕੇ ਕਹਿੰਦੇ ਨਾਨਕ ਨਾਮ ਮਿਲੇ ਤਾਂ ਜੀਵਾਂ, ਤਾਂ ਮਹਾਰਾਜ ਮੈਂ ਜੀਂਦਾ ਹੈ। ਤਨ ਮਨ ਥੀਵੈ ਹਰਿਆ। ਸੱਚੇ ਪਾਤਸ਼ਾਹ ਮੇਰਾ ਜਿਹੜਾ ਮਨ ਤੇ ਤਨ ਹੈ ਨਾ, ਹਰਿਆ ਹੋ ਜਾਂਦਾ ਹੈ। ਕਿਵੇਂ? ਜਿਵੇਂ ਇੱਕ ਦਰਖਤ ਨੂੰ, ਪੌਦੇ ਨੂੰ ਪਾਣੀ ਲਾਈਦਾ ਨਾ, ਹਰਿਆ ਹੋ ਜਾਂਦਾ ਹੈ। ਜੇ ਉਹਨੂੰ ਪਾਣੀ ਨਾ ਲੱਗੇ ਉਹ ਮੁਰਝਾ ਜਾਂਦਾ। ਸੰਗਤ ਜੀ ਕਿਵੇਂ? ਜਿਵੇਂ ਕਹਿੰਦੇ ਆ ਨਾ, ਇੱਕ ਟਾਹਣੀ ਟੁੱਟ ਕੇ ਥੱਲੇ ਡਿੱਗ ਪਵੇ, ਉਹਨੂੰ ਪਾਣੀ ਨਹੀਂ ਲੱਗਦਾ। ਕਹਿੰਦੇ ਉਹ ਇਸੇ ਤਰ੍ਹਾਂ ਜੇ ਜੀਵ ਪਰਮੇਸ਼ਰ ਨਾਲੋਂ ਵੱਖਰਾ ਹੋ ਜਾਵੇ, ਟੁੱਟ ਜਾਵੇ ਨਾ, ਉਹ ਮੁਰਝਾ ਜਾਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਆ ਨਾ, ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਉਹਦਾ ਜਿਹੜਾ ਮਨ ਹੁੰਦਾ ਹੈ ਨਾ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਰੰਗਿਆ ਜਾਂਦਾ ਹੈ, ਰੱਤਿਆ ਜਾਂਦਾ ਹੈ। ਤੇ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਆਸਰਾ ਤੱਕਦਾ ਹੈ। ਫਿਰ ਵਿਖਿਆ ਰੰਗ ਕੂੜਾਵਿਆ। ਕਹਿੰਦੇ ਜਿਹੜੇ ਵਿਖਿਆ ਦਾ ਰੰਗ ਹੈ ਨਾ, ਇਹ ਝੂਠਾ ਹੈ ਸੰਗਤ ਜੀ, ਕੂੜਾ ਵਾ। ਦਿਸਣ ਸਭੇ ਸ਼ਾਰ, ਕਹਿੰਦੇ ਇਹ ਵਿਅਰਥ ਹੀ ਆ ਜਿਹੜਾ ਦਿਸਦਾ ਨਾ। ਸੰਗਤ ਜੀ, ਜਿਹੜੀ ਆਪਾਂ ਚੀਜ਼ਾਂ ਸਾਨੂੰ ਦਿਖ ਰਹੀਆਂ, ਇਹ ਨਾਸਵੰਦ ਹਨ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਦੀਵ ਕਾਲ ਹੈ। ਸਤਿਯੁਗ 'ਚ, ਤ੍ਰੇਤੇ 'ਚ, ਦੁਆਪਰ 'ਚ ਰਹਿੰਦੇ ਸਮੇਂ ਤੱਕ ਪਰਮੇਸ਼ਰ ਦਾ ਨਾਮ ਸੱਚਾ ਹੀ ਰਹਿਣਾ ਹੈ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੱਚਾ ਹੈ, ਤਾਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਕਹਿੰਦੇ ਧਿਆਨ ਧਰਿਆ ਕਰੋ, ਉਹਦੀ ਆਰਾਧਨਾ ਕਰਿਆ ਕਰੋ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨ ਹਾਰ। ਕਹਿੰਦੇ ਜਿਹੜੇ ਸਾਧੂ ਹੁੰਦੇ ਆ ਨਾ, ਉਹ ਅਕਾਲ ਪੁਰਖ ਵਾਹਿਗੁਰੂ ਦੀ ਅੰਮ੍ਰਿਤ ਬੂੰਦ ਪੀਣਾ ਕਰਦੇ ਹਨ। ਕਹਿੰਦੇ ਜਿਵੇਂ ਕਿਵੇਂ? ਵਣ ਹੁੰਦਾ ਜੰਗਲ, ਤਿੰਨ ਹੁੰਦੇ ਸੰਗਲ ਜੀ ਪੱਤੇ। ਵਣ ਤਿੰਨ ਪ੍ਰਭ ਸੰਗ ਮੌਲਿਆ। ਕਹਿੰਦੇ ਖੁਸ਼ ਹੋ ਜਾਂਦੇ ਕਦੋਂ?
ਸਮਰੱਥ ਪੁਰਖ ਅਪਾਰ। ਕਹਿੰਦੇ ਜਦੋਂ ਪੂਰਾ ਦਾਤਾ ਦੇਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ, ਜਦੋਂ ਆਪਾਂ ਕਹਿੰਦੇ ਸਮਰੱਥ ਕੋਈ ਬੰਦਾ ਇਸ ਚੀਜ਼ ਲਈ ਪੂਰਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀਂ। ਉਹ ਅਕਾਲ ਪੁਰਖ ਵਾਹਿਗੁਰੂ ਪੂਰਾ ਹੈ। ਕਹਿੰਦੇ ਪੁਰਖ ਅਪਾਰ, ਜਿਹਦਾ ਪਾਰਾਵਾਰ ਨਹੀਂ ਕੋਈ ਪਾ ਸਕਦਾ। ਹਰ ਮਿਲਣੈ ਨੋ ਮਨ ਲੋਚਦਾ। ਕਹਿੰਦੇ ਹੇ ਉਹ ਇੱਕ ਜੀਵ ਕਹਿ ਰਹੀ ਇਸਤਰੀ ਕਿ ਮੈਨੂੰ ਵੀ ਉਸ ਪੂਰੇ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾ। ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਮੈਨੂੰ ਪੂਰੇ ਸਤਿਗੁਰੂ ਨੂੰ ਮਿਲਣ ਨੂੰ ਮੇਰਾ ਮਨ ਲਲਚਾਉਂਦਾ ਏ। ਕਰਮ ਮਿਲਾਵਨਹਾਰ। ਚੰਗਤ ਸੰਗਤ ਜੀ, ਜਿਹੜੇ ਪਰਮੇਸ਼ਰ ਦੇ ਘਰ ਵਿੱਚ ਸੇਵਾ ਕਰਦੇ ਹਨ, ਸਿਮਰਨ ਕਰਦੇ ਹਨ, ਉਹਦੀ ਆਰਾਧਨਾ ਕਰਦੇ ਹਨ, ਕਹਿੰਦੇ ਉਹਨਾਂ ਦੇ ਕਰਮ ਸ੍ਰੇਸ਼ਟ ਹੋ ਜਾਂਦੇ ਹਨ। ਉਸ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਏ। ਕਿੰਨਾ ਦਾ? ਜਿਨੀ ਸਖੀਏ ਪ੍ਰਭ ਪਾਇਆ, ਹਉ ਤਿੰਨ ਕਹਿ ਸਦ ਬਲਿਹਾਰ। ਇੱਕ ਜੀਵ ਇਸਤਰੀ ਦੂਜੀ ਜੀਵ ਇਸਤਰੀ ਨੂੰ ਕਹਿ ਰਹੀ ਆ ਕਿ ਤੂੰ ਮੈਨੂੰ ਇਹ ਦੱਸ, ਤੂੰ ਆਪਣੇ ਪਤੀ ਦੀ ਕਿੱਦਾਂ ਪ੍ਰਾਪਤੀ ਕੀਤੀ? ਕਹਿੰਦੀ ਨਿਮਨ ਸੁਅੱਖਰ ਖਵਨ ਗੁਣ, ਜਿਹਵਾ ਮਣੀਆਂ ਮੰਤ। ਕਹਿੰਦੇ ਆਪਣੇ ਅੰਦਰ ਨਿਮਰਤਾ ਧਾਰ ਲਾ, ਸੱਚ ਬੋਲਣ ਦਾ ਰੱਖ ਲਾ ਸੁਭਾਅ, ਉਹਦੀ ਆਰਾਧਨਾ ਕਰ ਲਾ, ਸੱਚੇ ਮਨ ਨੂੰ ਯਾਦ ਕਰ। ਕਹਿੰਦੇ ਜਿਨੀ ਸਖੀਏ ਪ੍ਰਭ ਪਾਇਆ, ਹਉ ਤਿੰਨ ਕੈ ਸਦ ਬਲਿਹਾਰ। ਕਹਿੰਦੇ ਜਿਹੜੀ ਜੀਵ ਇਸਤਰੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲੈਂਦੀ ਹੈ, ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੇ ਜਾਨੀ, ਵਾਰਨੇ ਜਾਂਦੀ ਹਾਂ। ਨਾਨਕ ਹਰ ਜੀ ਮਾਇਆ ਕਰ। ਹੇ ਗੁਰੂ ਨਾਨਕ ਪਾਤਸ਼ਾਹ ਦੀ ਮੋਹਰ ਲਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਪਾਤਸ਼ਾਹ ਮੇਰੇ ਤੇ ਵੀ ਮਾਇਆ ਕਰੋ, ਕਿਰਪਾ ਕਰੋ, ਦਇਆ ਕਰੋ, ਸ਼ਬਦ ਸਵਾਰਨਹਾਰ। ਸੱਚੇ ਪਾਤਸ਼ਾਹ ਮੈਨੂੰ ਵੀ ਆਪਣੇ ਸ਼ਬਦ ਦਾ ਕਿਨਕਾ ਮੇਰੇ ਹਿਰਦੇ 'ਚ ਵਸਾ ਦਿਓ। ਇੱਕ ਕਿਨਕਾ ਜਿਹੜਾ ਪਰਮੇਸ਼ਰ ਦਾ ਨਾਮ ਹਿਰਦੇ 'ਚ ਵਸ ਜਾਂਦਾ ਹੈ ਸੰਗਤ ਜੀ, ਕਹਿੰਦੇ ਉਹਦਾ ਆਇਆ ਹੀ ਸਫਲ ਹੋ ਜਾਂਦਾ ਹੈ। ਲੋਕ ਸੁਖੀ ਅਤੇ ਪਰਲੋਕ ਸੁਹੀਲੇ ਹੋ ਜਾਂਦੇ ਹਨ। ਸਾਵਨ ਤਿੰਨਾ ਸੁਹਾਗਣੀ, ਜਿਨ ਰਾਮ ਨਾਮ ਉਰ ਹਾਰ। ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹਾਰ ਬਣ ਜਾਂਦਾ ਹੈ ਨਾ, ਉਹ ਸੁਹਾਗਣੀ ਕਹਿੰਦੇ ਬਹੁਤ ਹੀ ਪੂਜਨਯੋਗ ਹੋ ਜਾਂਦੀ ਸੰਗਤ ਜੀ। ਕਿਉਂਕਿ ਆਪਣੇ ਜਨ ਸੰਗ ਰਾਤੇ, ਜਨ ਸੰਗ ਰਾਤੇ ਦਿਨ ਸਰਾਤੇ, ਇੱਕ ਨਿਮਖ ਨਾ ਮਨੋ ਵੀਸਰੈ। ਕਹਿੰਦੇ ਉਹ ਇੱਕ ਨਿਮਖ ਜਿੰਨਾ ਵੀ ਉਸ ਪਰਮੇਸ਼ਰ ਨੂੰ ਆਪਣੇ ਮਨੋਂ ਨਹੀਂ ਵਿਸਾਰਦੀ। ਸੰਗਤ ਜੀ, ਗੁਰੂ ਰਾਮਦਾਸ ਦੇ ਘਰ ਵਿੱਚ ਬਖਸ਼ਿਸ਼ ਰੂਪੀ ਬੂੰਦਾਂ ਅੱਜ ਵੀ ਡਿੱਗ ਰਹੀਆਂ ਹਨ। ਜਿਨ੍ਹਾਂ ਦੇ ਹਿਰਦੇ ਟੁੱਟੇ ਹੁੰਦੇ ਹਨ, ਭਟਕਦੇ ਹੁੰਦੇ ਹਨ, ਸੰਗਤ ਜੀ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਸੱਜੇ ਖੱਬੇ ਛੱਡ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰ ਲਓ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਨਾ ਕਰ ਲਓ। ਕਹਿੰਦੇ ਤੁਹਾਨੂੰ ਕੋਈ ਵੀ ਚੀਜ਼ ਦੀ ਪ੍ਰਾਪਤੀ ਹੈ ਨਾ, ਆਪ ਜੀ ਉਹਦੇ ਚਰਨਾਂ ਵਿੱਚ ਆ ਕੇ ਅਰਦਾਸ ਕਰ ਲਓ। ਸੰਗਤ ਜੀ, ਜੇ ਆਪ ਜੀ ਦੇ ਕਾਰਜ ਨਾ ਪੂਰੇ ਹੋਣਗੇ ਤਾਂ ਕਿਉਂ? ਕਿਉਂਕਿ ਗੁਰੂ ਰਾਮਦਾਸ ਘਰ ਵਿੱਚ ਕੀ ਨਹੀਂ ਮਿਲਦਾ। ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਨ ਤਨੋਂ ਮਨੋਂ ਕਰ ਲਈਏ ਨਾ, ਤਾਂ ਸਾਡਾ ਆਇਆ ਸਫਲ ਹੋ ਜਾਂਦਾ ਹੈ। ਤਾਂ ਹੀ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ, ਸੰਧਿਆ ਵੇਲੇ ਤੱਕ ਆ ਜਿਹੜੇ ਢਾਡੀ ਰਾਗੀ ਕਥਾਵਾਚਕ ਆਪ ਜੀ ਨੂੰ ਉਸ ਅਕਾਲ ਪੁਰਖ ਦੀਆਂ ਆਪ ਜੀ ਨੂੰ ਅੱਗੇ ਵੀ ਬੇਨਤੀ ਕੀਤੀ ਹੈ, ਬਖਸ਼ਿਸ਼ ਰੂਪੀ ਬੂੰਦਾਂ, ਨਾਮ ਰੂਪੀ ਬੂੰਦਾਂ ਆਪ ਜੀ ਨੂੰ ਵਰਖਾ ਰਹੇ ਹਨ। ਆਪ ਜੀ ਝੋਲੀ ਅੱਡ ਕੇ ਆਪਣੇ ਹਿਰਦੇ ਦਾ ਭਾਂਡਾ ਸਿੱਧਾ ਕਰਕੇ ਇਕਾਗਰ ਚਿੱਤ ਹੋ ਕੇ ਬਹਿ ਕੇ ਸਰਵਣ ਕਰ ਲਿਆ ਕਰੋ, ਤੇ ਇਹਨਾਂ ਦਾ ਗਾਇਆ ਤੇ ਤੁਹਾਡਾ ਸੁਣਿਆ ਸਫਲ ਹੋ ਜਾਏਗਾ। ਤਾਂ ਹੀ ਕਹਿੰਦੇ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ, ਉਹਨਾਂ ਦਾ ਲਾਭ ਪ੍ਰਾਪਤ ਹੋਏਗਾ। ਗੁਰੂ ਸਾਹਿਬ ਬਖਸ਼ਿਸ਼ ਕਰਨ। ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ, ਸੱਚੇ ਪਾਤਸ਼ਾਹ ਅਸੀਂ ਕਲਯੁਗ ਜੀਵ ਹਾਂ, ਆਪ ਮਹਾਰਾਜ ਬਖਸ਼ੰਦ ਹੋ, ਕਿਰਪਾ ਕਰੋ। ਦੇਸ਼ਾਂ ਵਿਦੇਸ਼ਾਂ ਵਿੱਚ ਸਾਰੀਆਂ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰੋ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰੋ। ਸੱਚੇ ਪਾਤਸ਼ਾਹ ਜਿਵੇਂ ਸੱਪ ਨੂੰ, ਹਿਰਨ ਨੂੰ, ਮੱਛੀਆਂ ਨੂੰ ਤੇ ਰੱਸੀਆਂ ਨੂੰ ਉਮਾਹਾ ਹੋਇਆ ਨਾ, ਮਹਾਰਾਜ ਸਾਡੇ ਅੰਦਰ ਵੀ ਐਸਾ ਉਮਾ ਸੌਣ ਦੇ ਮਹੀਨੇ ਦਾ ਆ ਜਾਵੇ, ਅਸੀਂ ਵੀ ਤੇਰੇ ਨਾਲ ਇੱਕ ਮਿਕ ਹੋ ਜਾਈਏ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਤਰਸ ਕਰਨ, ਸਾਡਾ ਗਾਵਿਆ ਤੁਹਾਡਾ ਸੁਣਿਆ ਸਫਲ ਹੋ ਜਾਵੇ। ਸੱਚੇ ਪਾਤਸ਼ਾਹ ਜੀ ਤਾਂ ਹੀ ਕਹਿੰਦੇ ਆਇਆ ਸਫਲ ਤਾਹੂ ਕੋ ਗਨੀਏ, ਉਹਨਾਂ ਦਾ ਆਇਆ ਹੀ ਸਫਲ ਆ। ਗੁਰੂ ਸਾਹਿਬ ਕਿਰਪਾ ਕਰ। ਸੰਗਤ ਜੀ ਮੇਰੀ
ਮੇਰੀਆਂ ਹੋਈਆਂ ਬੇਅੰਤ ਭੁੱਲਾਂ ਮੇਰੀ ਝੋਲੀ 'ਚ ਪਾ ਦਿਓ, ਕਿਉਂਕਿ ਤੁਛ ਮਾਤਰ ਮੇਰੀ ਬੁੱਧੀ ਹੈ। ਗੁਰੂ ਘਰ ਦਾ ਕੂਕਰ ਹਾਂ, ਏਤੇ ਕੂਕਰ ਹੋਂ ਬੇਗਾਨਾ, ਭੌਂਕਾਂ ਇਸ ਤਨ ਤਾਈ। ਜਿਹੜਾ ਉਸ ਘਰ ਦਾ ਕੁੱਤਾ ਹੈ ਨਾ, ਕਹਿੰਦੇ ਉਹ ਚੰਗਾ ਗਾ ਲਵੇ ਨਾ, ਚੰਗਾ ਭੌਂਕ ਲਵੇ, ਤੇ ਉਹਦਾ ਵੀ ਸਫਲ ਹੋ ਜਾਂਦਾ ਹੈ। ਗੁਰੂ ਸਾਹਿਬ ਦੀ ਸੰਗਤ ਜਿਹੜੀ ਹੈ ਬਖਸ਼ਣਹਾਰ ਹੈ। ਆਪ ਜੀ ਭੁੱਲਾ ਨਾ ਚਿਤਾਰਨਾ, ਸ਼ੁਭ ਸਿੱਖਿਆ, ਸ਼ੁਭ ਜਿਹੜੇ ਉਪਦੇਸ਼ ਹੈ ਆਪਣੇ ਹਿਰਦੇ 'ਚ ਵਸਾ ਲੈਣ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਚੰਗੇ ਉਪਦੇਸ਼ ਤੁਹਾਡੇ ਹਿਰਦੇ 'ਚ ਘਾਲ ਕਰ ਜਾਣ। ਮਹਾਰਾਜ ਜੀ ਚੜ੍ਹਦੀ ਕਲਾ ਕਰਨ। ਹੁਣ ਸਾਡੇ ਪਾਸ ਸੰਗਤ ਜੀ ਬਹੁਤ ਹੀ ਨਾਮਵਰ ਢਾਡੀ ਸਿੱਖ ਪੰਥ ਦੇ ਮਹਾਨ ਵਿਦਵਾਨ, ਗੋਲਡਨ ਮੈਡਲ ਲਿਸਟ ਜੋ ਸੱਚੇ ਪਾਤਸ਼ਾਹ ਦੀ ਕਿਰਪਾ ਹਨ, ਇਹਨਾਂ ਨੇ ਅਨੇਕਾਂ ਹੀ ਗੋਲਡਨ ਮੈਡਲ ਆਪ ਜੀ ਨੇ ਪ੍ਰਾਪਤ ਕੀਤੇ ਹਨ, ਦੇਸ਼ਾਂ ਵਿਦੇਸ਼ਾਂ 'ਚੋਂ ਵੀ। ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ, ਭਲੀ ਪ੍ਰਕਾਰ ਮੈਂ ਨਾਮ ਕੀ ਲਵਾਂ, ਕਿਉਂਕਿ ਬਹੁਤ ਹੀ ਵਿਦਵਾਨ ਹਨ। ਗਿਆਨੀ ਸਰੂਪ ਸਿੰਘ ਜੀ ਕੰਡਿਆਣਾ, ਇਹਨਾਂ ਦੇ ਸਾਥੀ ਵੀ ਬਹੁਤ ਸੁਰੀਲੇ, ਮਹਾਰਾਜ ਜੀ ਕਿਰਪਾ ਕਰਨ, ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਚਾਰ ਦੀ ਫੇਰੀ ਵਿੱਚ ਆਏ ਹਨ। ਹੁਣ ਇਹਨਾਂ ਨੇ ਆਪ ਜੀ ਨਾਲ ਗੁਰ ਇਤਿਹਾਸ ਰਾਹੀਂ ਆਪ ਜੀ ਨੂੰ ਸਰਵਣ ਕਰਾਉਣਾ ਹੈ। ਆਪ ਜੀ ਇਸੇ ਤਰ੍ਹਾਂ ਹੀ ਇਕਾਗਰ ਚਿੱਤ ਹੋ ਕੇ ਇਸੇ ਤਰ੍ਹਾਂ ਹੀ ਇਤਿਹਾਸ ਸਰਵਣ ਕਰੋ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ। ਫਤਿਹ ਨਾਲ ਸਾਂਝ ਪਾਓ। ਵਾਹ।